ਹਲਕਾ ਜੀਰਾ ਦੇ ਬਲਾਕ ਮੱਖੂ ਦੇ ਪਿੰਡ ਵਰਪਾਲ ਦੀ ਔਰਤ ਮਾਤਾ ਜਸਵੀਰ ਕੌਰ ਨੇ ਆਪਣੇ ਹੀ ਪਿੰਡ ਦੇ ਨਿਹੰਗ ਸਿੰਘ ਦਿਲਬਾਗ ਸਿੰਘ ਤੇ ਆਪਣੀ ਜ਼ਮੀਨ ਉੱਤੇ ਨਜਾਇਜ਼ ਕਬਜ਼ਾ ਕਰਨ ਅਤੇ ਆਪਣੇ ਲੜਕਿਆਂ ਦੀ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ, ਜਦੋਂ ਕਿ ਇਹਨਾਂ ਸਾਰੇ ਬਿਆਨਾਂ ਨੂੰ ਦਿਲਬਾਗ ਸਿੰਘ ਨੇ ਝੂਠੇ ਅਤੇ ਬੇਬੁਨਿਆਦ ਦੱਸਿਆ। ਆਓ ਸੁਣਦੇ ਹਾਂ ਦੋਹਾਂ ਧਿਰਾਂ ਵੱਲੋਂ ਦਿੱਤੇ ਗਏ ਬਿਆਨ। ਤੇ ਮਾਤਾ ਜੀ ਕੀ ਜਿਹੜਾ ਤੁਹਾਡਾ ਝਗੜਾ ਜ਼ਮੀਨ ਦਾ ਕੀ ਚੱਕਰ ਕੀ ਹੈ? बेटा साडा कोई झगड़ा नहीं, ठेके रही सी साल ते साल पूरा हो गया है। ਕਿਹਨੇ ਲਈ ਸੀ ਠੇਕੇ ਤੇ? बागे ने निहंग ने। ਕੀ ਨਾਮ ਕੀ ਪੂਰਾ ਉਹਦਾ? दिलबाग सिंह। ਅੱਛਾ ਜੀ, ਉਹਨਾਂ ਠੇਕੇ ਤੇ ਲਈ ਸੀ हाँ ਤੁਹਾਡੇ हाँ ਤੋਂ? ठेके ते लई। ਤੇ ਹੁਣ ਉਸ ਤੋਂ ਬਾਅਦ ਕੀ ਗੱਲ ਹੋਈ ਅੱਗੇ ਫਿਰ? ਉਹ ਬੇਟਾ ਹੁਣ ਅਸੀਂ ਉਹਨੇ ਸਾਨੂੰ ਵੇਲਾ ਨਾ ਪੈਸੇ ਦਿੱਤੇ 100 50 ਕਰਕੇ ਠੇਕੇ ਲੈ ਕੇ, ਤੇ ਇਹਨੂੰ ਅਸੀਂ ਕਿਹਾ ਵੀ 6 ਮਹੀਨੇ ਤੈਨੂੰ ਪਾਈ ਦੇਣੀ, ਮੁੜ ਕੇ ਜਿਹਨੂੰ ਮਰਜ਼ੀ ਤੇਗੀ ਕਾਗਜ਼ੂ ਕਰਿਆ ਪਿਆ, ਅੰਦਰ ਹੋਇਆ ਪਿਆ ਹੈ, ਕਰਾਇਆ ਮੈਂ ਗੂਠੇ ਸਬੰਧੇ ਵੀ ਲੱਗੇ, ਸਭ ਦੇ ਲੱਗੇ ਆ। ਇਹਨੇ ਆਖਿਆ ਚੰਗਾ ਹੁਣ ਪੈਲੀ ਵਿਹਲੀ ਹੋ ਗਈ, ਹੁਣ ਜਿਹਨੂੰ ਮਰਜ਼ੀ ਦੇਗੇ। ਇਹ ਉਹਨਾਂ ਦਾ ਵੀ ਮੈਂ ਨਾ ਠੇਕੇ ਦੇਣ ਦੇਣੀ ਨਾ ਮੈਂ ਕਿਸੇ ਨੂੰ ਵੜ ਦੇਣਾ, ਤੇ ਪੈਲੀ ਮੇਰੀ। ਅੱਛਾ, ਪਹਿਲੀ ਛੱਡ ਨਹੀਂ ਰਿਹਾ ਉਹਨੂੰ? ਹਾਂ ਛੱਡ ਨਹੀਂ ਰਿਹਾ। ਪਹਿਲੋਂ ਤਾਂ ਵੱਡਿਆ ਰਾ ਮੈਂ ਬਿਮਾਰ ਤਾਂ ਮੈਂ ਦਾਖਲ ਸੀ, ਵੱਡੇ ਨੂੰ ਘਰੇ ਆਣ ਕੇ ਉਹ ਛੜਾ ਉਹਨੂੰ ਕੁੱਟ ਮਾਰ ਕਰਕੇ ਤੇ ਗਈ। ਤੇ ਜੇ ਨਿੱਕਾ ਸਵੇਰੇ ਬਾਹਰ ਨਿਕਲਿਆ ਤੇ 2 ਬੰਦੇ ਪਿੰਡ ਦੇ ਨਾਲ ਸੀ ਇਹਦੇ ਪਨੀਰੀ ਬੀਜਣ ਚੱਲੇ, ਤੇ ਉਹਨੂੰ ਆਵਾਜ਼ ਮਾਰੀ ਤੇ ਉਹ ਮੁੰਡੇ ਵੀ ਕੋਲੇ ਨੇ ਮੇਰੇ ਬੈਠੇ ਜਿਹੜੇ ਨਾਲ ਸੀ, ਤੇ ਉਹਨੂੰ ਆਵਾਜ਼ ਮਾਰੀ, ਡਾਂਗਾ ਸੋਟੇ ਲੈ ਕੇ ਸਾਰੇ ਉਸ ਮੁੰਡੇ ਨੂੰ ਮਾਰਨ ਪੈ ਗਏ। ਅੱਛਾ, ਉਹ ਬਗਾਨੇ ਘਰ ਭੱਜ ਕੇ ਪੁੱਤ ਬਚਿਆ, ਅੱਛਾ। ਮੈਂ ਘਰੇ ਨਹੀਂ ਸੀ। ਕਿ ਤੁਹਾਡੇ ਮੁੰਡੇ ਦੇ ਕੁੱਟਮਾਰ ਵੀ? ਹਾਂ ਵੱਡੇ ਦੇ ਰਾਤ ਕਰਕੇ ਦਿਨ ਜੁੱਜੇ ਦੀ ਵੀ ਪੈਲੀ ਦਾ ਕਬਜ਼ਾ ਮੈਂ ਨਾ ਦਾ ਕਬਜ਼ਾ ਕਿਸੇ ਤੈਨੂੰ ਕਰਨ ਦੇਣਾ, ਮੈਂ ਪੈਲੀ ਵਾਉਣੀ ਹੈ। ਅੱਛਾ, ਇਹ ਕਿਉਂ ਕਬਜ਼ਾ ਨਹੀਂ ਜਿਹੜੇ ਕਰ ਰਿਹਾ ਪੈਲੀ ਦਾ? ਕੀ ਪੈਲੀ ਦੇ ਵਿੱਚ ਕੋਈ ਲੈਣ ਦੇਣ ਹੈਗਾ ਇਹਦਾ? ਨਾ ਜੀ ਪੈਸੇ ਦਾ ਵੀ ਨਹੀਂ। ਅੱਛਾ, ਕੀ ਹੁਣ ਤੁਸੀਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਨੇ ਆ ਵੀ ਮੇਰੇ ਮੁੰਡੇ ਜਿਹੜੇ ਨੇ ਭਲੇ ਮਾਨਸ ਨੇ, ਉਹ ਬਨਵਾਸ ਨੇ, ਸਾਨੂੰ ਬੇਟਾ ਖਤਰਾ ਮਾਰਨ ਦਾ ਵੀ। ਅੱਛਾ, ਇਸ ਵੇਲੇ ਨਾ ਸਾਨੂੰ ਮਾਰਨ ਦਾ ਵੀ ਖਤਰਾ ਹੈ। ਸਾਨੂੰ ਪਈ ਜਾ ਕੇ ਵੜਨੇ ਬੂਹੇ ਇੱਕ ਕਿੱਲਾ ਉੱਥੇ ਨਹੀਂ ਵੜਨ ਦਿੰਦੇ, ਡਾਂਗਾ ਛੋਟੇ ਤਿਆਰ ਹੁੰਦੇ ਸਾਡੇ ਲਈ, ਫਿਰ ਧਮਕੀਆਂ ਦਿੰਦੇ ਸਾਨੂੰ, ਫਰਕ ਪਿਸਤੌਲ ਸੜਕ ਬੰਦੂਕਾਂ ਨੇ। ਮੈਂ ਬੇਟਾ ਮੰਗ ਇਹ ਕਰਨੀ ਆ, ਪਈ ਮੁੰਡਿਆਂ ਦੇ ਨਾਂ ਮੇਰਿਆਂ ਦੇ ਦੋ ਦੇ, ਤੇ ਸਾਨੂੰ ਖਤਰਾ ਹੈ। ਉਹਦੇ ਕੋਲ ਹਥਿਆਰ ਵੀ ਹੈਗੇ, ਉਹ ਬਲੈਕ ਵੀ ਕਰਦਾ, ਉਹ ਸਾਨੂੰ ਧਮਕੀਆਂ ਦਿੰਦਾ ਹੈ। ਤੇ ਅੱਜ ਤਾਂ ਉਹਨੇ ਡਾਂਗਾ ਨਾ ਕੁੱਟਿਆ ਤੇ ਭਲਕੇ ਖਤਰਾ, ਭਲਕੇ ਉਹ ਰਫਲ ਤੋਂ ਕੋਲ ਹੈ, ਉਹ ਮਾਰ ਵੀ ਸਕਦਾ। ਜੇ ਉਹਨੂੰ ਜ਼ਿੰਮੇਵਾਰੀ ਉਹਦੀ ਹੋਊ, ਜੇ ਮੇਰੇ ਬੱਚਿਆਂ ਨੂੰ ਬਾਹਰ ਕੋਈ ਵੀ ਹੋਵੇ, ਬਾਗੇ ਦਾ ਮੁੰਡਾ ਧਰਮਲ ਤੇ ਬਾਗਾ, ਪੁਲਿਸ ਨੂੰ ਮੇਰੀ ਮੰਗ ਇਹ ਆ ਵੀ ਪੁਲਿਸ ਕੋਲ ਜਾ ਗਈ ਤੇ ਪੁਲਿਸ ਗੱਲ ਨਹੀਂ ਸੁਣਦੀ, ਇਹ ਫੋਨ ਕਰਾ ਦਿੰਦਾ ਉੱਤੋਂ। ਸਾਨੂੰ ਧੱਕੇ ਤਾਂ ਖਾਂਦੇ ਨੇ, ਬੜੇ ਚਿਰ ਹੋ ਗਏ ਪੈਲੀਆਂ ਪਿੱਛੇ, ਪਰ ਅੱਜ ਠੇਕੇ ਲੈ ਕੇ ਤੇ ਕਬਜ਼ਾ ਪਿਆ ਹੁੰਦਾ ਭਾਈ, ਠੇਕੇ ਲੈ ਕੇ ਪੁੱਤ ਕਬਜ਼ਾ ਹੋਣ ਡਿਆ ਹੈ, ਤੇ ਮੇਰੀ ਬਾਂਹ ਫੜੀ, ਜੇ ਪੁਲਿਸ ਮਦਦ ਕਰੇ ਮੇਰੀ, ਤੇ ਪੈਲੀ ਦਾ ਇਨਸਾਫ ਹੋਵੇ। ਦੂਸਰੀ ਧਿਰ ਦਿਲਬਾਗ ਸਿੰਘ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਇਸ ਤਰ੍ਹਾਂ ਨਕਾਰਿਆ। ਸਾਡੇ ਤੇ ਜਿਹੜੇ ਦੋਸ਼ ਲਗਾਏ ਗਏ ਆ ਜਸਵੀਰ ਕੌਰ ਵੱਲੋਂ ਵੀ ਇਹ ਸਾਡੀ ਜ਼ਮੀਨ ਨੱਪਣ ਨੂੰ ਫਿਰਦੇ ਨੇ, ਧੱਕਾ ਕੀਤਾ, ਸਾਡੇ ਜਵਾਕਾਂ ਨੂੰ ਕੁੱਟਿਆ, ਮੇਜਰ ਸਿੰਘ ਨੇ ਤੇ ਸ਼ਾਇਦ ਵਿਕਰ ਸਿੰਘ ਨੂੰ, ਤੇ ਕੀ ਮਸਲਾ ਕੀ ਆ ਜੀ ਸਾਰਾ? ਇਹ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਦਿਓ ਇਹਦੇ ਬਾਰੇ। नहीं जी, इस तरह जी कोई ऐसी कोई है नहीं की समस्या। ये तो पिछले साल मैं इन्हों की पहले ठेके ते ਲਈ ਸੀਗੀ, ਉਹਦਾ मैं ठेका जो ਚੱਲਦਾ ਸੀ ਉਹ ਇਹਨਾਂ ਨੂੰ ਕਰਕੇ ਠੇਕਾ 63,000 ਰੁਪਇਆ ਸਾਲ ਦਾ ਦਿੱਤਾ ਵਾ। ਔਰ ਉਸ ਤੋਂ ਬਾਅਦ ਕੁਛ ਇਹਨਾਂ ਦੀ ਮੈਂ ਤੂੜੀ ਬਣਾਈ ਸੀ, ਤੂੜੀ ਬਣਾਈ ਦੇ ਮੇਰੇ ਪੈਸੇ ਰਹਿੰਦੇ। ਪਿਛਲੀ ਛਮਾਈ ਦੇ ਵਿੱਚ ਸਰਪੰਚ ਸਾਹਿਬ ਦੇ ਕੋਲ ਇਹਨਾਂ ਹਿਸਾਬ ਦਿੱਤਾ, ਉਦੋਂ ਮੇਰੇ ਉਹ ਪੈਸੇ ਦਾ ਨੇ ਫਿਰ ਕੁਛ ਰਖਾ ਲਏ। ਬਾਅਦ 'ਚ ਹੌਲੀ ਹੌਲੀ ਮੇਰੇ ਫਿਰ ਪੈਸੇ ਲੈ ਗਏ। ਹੁਣ ਪੈਸੇ ਮੇਰੇ ਇਹਨਾਂ ਪਿਛਲੇ ਵੀ ਫਿਰ ਗਏ ਹੋਏ ਆ, ਤੇ ਕੋਈ ਜਿਹੜੀ ਕਬਜ਼ਾ ਕਰਨ ਵਾਲੀ ਗੱਲ ਐਸੀ ਕੋਈ ਗੱਲ ਨਹੀਂ ਹੈਗੀ। ਬਾਕੀ ਤੁਸੀਂ ਗੱਲ ਕੀਤੀ ਵੀ ਇਲਜ਼ਾਮ ਲਾਇਆ ਕੁੱਟਮਾਰ ਦਾ, ਬਿਲਕੁਲ ਅਸੀਂ ਕੋਈ ਐਸੀ ਗੁਰਸਿੱਖ ਬੰਦੇ ਆ, ਤੇ ਮੈਂ ਗੁਰੂ ਘਰ ਡਿਊਟੀ ਕਰਦਾ, ਮੈਂ ਐਸੀ ਨਹੀਂ ਗੱਲ ਹੈਗੀ। ਉਹਦੇ 'ਚ ਇਹ ਬੇਨਤੀ ਇਹ ਆ ਕਿ ਇਹ ਦੋਵੇਂ ਭਰਾ ਚੱਤੇ ਬਾਹਰ ਸ਼ਰਾਬ ਪੀਂਦੇ ਆ, ਗਾਲਾਂ ਕੱਢਦੇ ਆ, ਔਰ ਉਹ ਜਿਹੜੀ ਇਹ ਮਾਤਾ ਵਾ ਇਹਦਾ ਵੀ ਸੁਭਾਅ ਠੀਕ ਨਹੀਂ, ਆਪ ਹੀ ਇਹ ਮਾੜਾ ਚੰਗਾ ਲੋਕਾਂ ਨੂੰ ਬੋਲਦੀ ਆ, ਔਰ ਸਾਨੂੰ ਵੀ ਬੋਲਦੀ ਆ। ਔਰ ਇਹ ਜੇ ਪਰਸੋਂ ਦੀ ਗੱਲ ਵਾ ਤਾਂ ਵੀ, ਤੇ ਅੱਜ ਵੀ ਇਹ ਮਤਲਬ ਕਹਿਣ ਦਾ ਭਾਵ ਜਦੋਂ ਵੀ ਸ਼ਰਾਬ ਪੀ ਲੈਂਦੀ ਉਦੋਂ ਸਾਨੂੰ ਗਾਲਾਂ ਕੱਢਦੇ। ਸਗੋਂ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਇਹ ਵਰਤਦੇ ਹਾਂ ਕਿ ਆਪਾਂ ਕੋਈ ਮਾੜਾ ਚੰਗਾ ਨਹੀਂ ਬੋਲਣਾ। ਜਿਹੜੇ ਮੇਰੇ ਪੈਸੇ ਆ ਉਹਨਾਂ ਨੂੰ ਇਹ ਮਤਲਬ ਕਵਰ ਕਰਨ ਵਾਸਤੇ ਕਿ ਨਾ ਦੇਣੇ ਪੈਣ, ਇਸ ਵਾਸਤੇ ਇਹੋ ਜਿਹੇ ਮੇਰੇ 'ਤੇ ਮਨ ਘਟਦੇ ਜਿਹੜੇ ਇਲਜ਼ਾਮ ਲਗਾ ਰਹੇ ਆ ਕਿ ਇਹਨੇ ਜਿਹੜਾ ਠਾਕਾ ਸਾਡਾ ਜਿਹੜਾ ਵੀ ਉਹ ਪੈਲੀ 'ਤੇ ਕਬਜ਼ਾ ਕਰਦਾ। ਬਿਲਕੁਲ ਐਸੀ ਗੱਲ ਨਹੀਂ ਕਿ ਮੇਰੇ ਪੈਸੇ ਦੇਣ, ਇਹਨਾਂ ਦੀ ਜ਼ਮੀਨ ਹੈ, ਜਿੰਨੂੰ ਮਰਜ਼ੀ ਠੇਕੇ ਦੇ ਦੇਣ। ਜਿਹੜੀਆਂ ਸੱਟਾਂ ਵਗੈਰਾ ਲੱਗੀਆਂ ਵਿਖਾ ਰਹੇ ਨੇ, ਫਿਰ ਉਹ ਕਿਵੇਂ ਲੱਗੀਆਂ ਹੋਣਗੀਆਂ ਫਿਰ ਸੱਟਾਂ ਜਿਹੜੀਆਂ ਉਹਨਾਂ ਦੇ?
ਨਹੀਂ ਵੇਖੋ ਜੀ, ਸੱਟਾਂ ਬਾਰੇ ਹੁਣ ਆਪਣੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਉਹ ਸ਼ਰਾਬੜ ਹੈਗਾ ਵਾ, ਸਦਾ ਉਹ ਸ਼ਰਾਬ ਪੀਂਦੇ, ਦੋਵੇਂ ਭਰਾ ਹੀ ਸ਼ਰਾਬੜ ਆ। ਉਹਦੇ 'ਚ ਕਿਤੇ ਉਹ ਡਿੱਗ ਕੇ ਵੀ ਲਵਾ ਸਕਦੇ ਆ, ਜਾਂ ਉਹ ਜਿਸ ਤਰ੍ਹਾਂ ਉਹਨਾਂ ਦਾ ਸੁਭਾਅ ਆ ਕਿ ਗਾਲ ਮੰਦਾ ਲੋਕਾਂ ਨੂੰ ਕਰਦੇ ਆ, ਉਹ ਕਿਸੇ ਤੋਂ ਹੋਰ ਤੋਂ ਵੀ ਉਹਨਾਂ ਨੇ ਕੁੱਟ ਖਾ ਲਈ ਹੋਊਗੀ। ਬਾਕੀ ਸਾਡਾ ਇਹਦੇ ਨਾਲ ਕੋਈ ਇਸ ਮੈਟਰ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਤੇ ਤੁਹਾਡੀ ਕੋਈ ਤੂੜੀ ਦਾ ਵੀ ਕੋਈ ਰੌਲਾ, ਤੂੜੀ ਨੂੰ ਅੱਗ ਲਾਉਣ ਦਾ ਵੀ ਕੋਈ? ਹਾਂਜੀ, ਉਹਦੇ 'ਚ ਇਹ ਆ ਜੀ 11 ਤਰੀਕ ਨੂੰ ਇਹਨਾਂ ਨੇ ਸਾਰ ਦੇ 2 ਵਜੇ ਇਹਨਾਂ ਦੋਵੇਂ ਭਰਾਵਾਂ ਨੇ ਆ ਕੇ ਸਾਡੀ ਤੂੜੀ ਨੂੰ ਅੱਗ ਲਾਤੀ ਆ। ਅਤੇ ਜਦੋਂ ਵੀ ਇਹਨਾਂ ਨੇ ਸਾਨੂੰ ਤੂੜੀ ਲਾਈ ਆ, ਅਤੇ ਇਹ ਤਾਂ ਕਹਿੰਦੇ ਸੀ ਵੀ ਅਸੀਂ ਇਹਨਾਂ ਨੂੰ ਸਾੜ ਦੇਣਾ ਵਾ, ਪਰ ਉਹਦੇ 'ਚ ਕੀ ਉਸ ਵੇਲੇ ਮੈਨੂੰ ਜਾਗ ਆ ਗਈ। ਸਾਡੀ ਤਾਂ ਤੂੜੀ 2 ਪਾਸੇ ਸੀਗੀ, ਅਤੇ ਇੱਕ ਪਾਸੇ ਸਾਡੀ ਖੁੱਡੀ ਆ, ਇੱਕ ਪਾਸੇ ਸਾਡਾ ਮਤਲਬ ਸ਼ੈੱਡ ਵਾ, ਅਤੇ ਵਿਚਾਲੇ ਸਾਡਾ ਬਾਲਣ ਪਿਆ ਸੀ। ਜਦੋਂ ਇਹਨਾਂ ਨੇ ਬਾਲਣ ਨੂੰ ਉੱਥੇ ਅੱਗ ਲਾਈ ਅਤੇ ਸਾਨੂੰ ਉਸ ਵੇਲੇ ਪਤਾ ਲੱਗ ਗਿਆ। ਉਹ ਤਾਂ ਅਸੀਂ ਇਸ ਵੇਲੇ ਪਰਮਾਤਮਾ ਦਾ ਸ਼ੁਕਰ ਕੀਤਾ ਜੀ, ਅੱਗ ਦੀਆਂ ਲਾਟਾਂ ਸੀ ਉਹ ਅੱਧ ਸਮਾਨ ਨੂੰ ਜਾਂਦੀਆਂ ਸੀ ਕਿ ਸਾਡੇ ਬੱਚੇ ਅਤੇ ਸਾਡਾ ਪਰਿਵਾਰ ਅਤੇ ਮੇਰੀ ਕਾਰ ਔਰ ਮੇਰਾ ਟਰੈਕਟਰ ਔਰ ਸਾਡਾ ਸਾਰਾ ਖਰਾ ਘਰ ਉੱਥੇ ਸੀ, ਸਾਡਾ ਮਾਲ ਡੰਗਰ ਉੱਥੇ ਸੀਗਾ। ਜੇ ਅਨੁਭਵੀ ਨਾ ਪਰਮੇਸ਼ਰ ਵਾਹਿਗੁਰੂ ਮੈਨੂੰ ਨਾ ਜਾਗ ਉਸ ਵੇਲੇ ਦਿੰਦਾ, ਚਾਹੇ ਘੜੀ ਦੇ ਮੈਂ 2 ਮਿੰਟ ਵੀ ਲੇਟ ਹੋ ਜਾਂਦਾ ਉੱਠਣ ਤੋਂ, ਅਤੇ ਸਾਡਾ ਸਾਰਾ ਕੁਝ ਸਰ ਕੇ ਮੇਰਾ ਸਾਰਾ ਮਾਲ ਡੰਗਰ, ਮੇਰਾ ਟਰੈਕਟਰ, ਮੇਰੀ ਕਾਰ, ਮੇਰੀ ਸਾਰੀ ਤੂੜੀ, ਮੇਰਾ ਸਾਰਾ ਘਰ ਬੜੀ ਸਰ ਕੇ ਸਵਾਹ ਹੋ ਜਾਣਾ ਸੀ, ਸਮੇਤ ਮੇਰੇ ਪਰਿਵਾਰ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਤੁਸੀਂ? ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ। ਜੋ ਵੀ ਜਿਹੜੇ ਮੇਰੇ ਪੈਸੇ ਨਾਲ ਰਕਮ ਰਹਿੰਦੀ ਆ ਉਹ ਮੇਰੀ ਰਕਮ ਦਿਵਾਈ ਜਾਵੇ। ਜਿਹੜੀ ਮੇਰੀ ਇਹਨਾਂ ਨੇ ਤੂੜੀ ਸਾੜੀ ਆ ਉਹ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਜਿਹੜੀਆਂ ਬਦਕਿਸਮੀਆਂ ਕਰਦੇ ਆ, ਇਹਨਾਂ ਦੇ ਪਿੱਛੇ ਕੁਛ ਚਾਲਬਾਜ਼ ਲੋਕ ਆ, ਉਹ ਪਿੱਛੇ ਇਹਨਾਂ ਨੂੰ ਕਹਿ ਰਹੇ ਆ ਕਿ ਤੁਹਾਡੀ ਬਲੀ ਦੇ ਨਾਲ ਕਬਜ਼ਾ ਕਰ ਲੈਣਾ, ਜਾਂ ਇਹ ਕਹਿ ਰਹੇ ਆ ਇਹ ਮਨ ਘੜਤ ਇਹਨਾਂ ਦੀਆਂ ਸਿਰਫ ਕਹਾਣੀਆਂ ਮੇਰੇ ਪੈਸੇ ਮਾਰਨ ਵਾਸਤੇ ਔਰ ਮੇਰਾ ਨੁਕਸਾਨ ਕਰਨ ਵਾਸਤੇ। ਇਹ ਵੀ ਇਲਜ਼ਾਮ ਲਾਇਆ ਗਿਆ ਕਿ ਤੁਸੀਂ ਇਹਨਾਂ ਦੀ ਪੈਲੀ ਤੇ ਕਬਜ਼ਾ ਕਰਨਾ ਚਾਹੁੰਦੇ। ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਪੈਲੀ ਦੇ ਵਿੱਚ ਵੜੇ ਤੇ ਅਸੀਂ ਗੋਲੀਆਂ ਮਾਰ ਦੇਵਾਂਗੇ ਤੁਹਾਡੇ ਤੇ, ਇਲਜ਼ਾਮ ਲਾਇਆ ਗਿਆ ਉਹਨਾਂ ਨੂੰ। ਨਹੀਂ ਜੀ, ਬਿਲਕੁਲ ਜੀ, ਇਹੋ ਜਿਹੀ ਕੋਈ ਗੱਲ ਨਹੀਂ ਕਿ ਮਨ ਘੜਤ ਗੱਲ, ਉਹਨਾਂ ਦੀ ਕਹਾਣੀ ਬਣਾਈ ਆ। ਔਰ ਉਹ ਤਾਂ ਸਗੋਂ ਖੁਦ ਮੇਰੇ ਘਰੇ ਆਉਂਦੇ ਰਿਹਾ, ਮੇਜਰ ਸਿੰਘ ਮੇਰੇ ਘਰੇ ਆਉਂਦਾ ਰਿਹਾ, ਕਹਿੰਦਾ ਕਿ ਮੈਂ 30,000 ਰੁਪਏ ਲੈਣਾ 7 ਕਨਾਲਾਂ ਦਾ ਛਮਾਈ ਦਾ ਠੇਕਾ। ਅਤੇ ਮੈਂ ਕਿਹਾ ਠੀਕ ਆ, ਤੂੰ 30,000 ਰੁਪਏ ਲੈ ਲਾ, ਪਰ ਕੋਈ ਤੀਸਰਾ ਬੰਦਾ ਲਾਇਆ ਅਤੇ ਆ ਕੇ ਮੇਰੇ ਘਰੇ ਪੈਸੇ, ਮੇਰੇ ਘਰੇ ਵਾਰ-ਵਾਰ ਗੇੜੇ ਮਾਰਦਾ ਰਿਹਾ। ਉਹ ਬਿੱਕਰ ਸਿੰਘ ਵੀ ਗੇੜਾ ਮਾਰਦਾ, ਮੇਜਰ, ਮੈਂ ਕਿਹਾ ਕੋਈ ਤੀਸਰਾ ਬੰਦਾ ਲੈ ਕੇ ਆ। ਫਿਰ ਇਹ ਸਰਪੰਚ ਸਾਹਿਬ ਦੇ ਘਰੇ ਗਿਆ ਅਤੇ ਕਹਿੰਦਾ ਵੀ ਸਰਪੰਚ ਸਾਹਿਬ ਦਾ ਟਾਈਮ ਨਹੀਂ ਹੈਗਾ ਅਤੇ ਉਹ ਬਾਅਦ 'ਚ ਆ ਜਾਣਗੇ, ਤੂੰ ਮੈਨੂੰ 30,000 ਰੁਪਈਆ ਦੇ ਦੇ ਅਗਲਾ ਠੇਕਾ, ਮੇਜਰ ਸਿੰਘ ਨੇ ਕਿਹਾ। ਫਿਰ ਮੈਂ ਕਿਹਾ ਵੀ ਨਹੀਂ, ਮੈਂ ਕੋਈ ਇਸ ਤਰ੍ਹਾਂ ਪੈਸੇ ਨਹੀਂ ਕਿ ਦੇਣਾ, ਤੁਸੀਂ ਕੱਲ੍ਹ ਨੂੰ ਮੁਕਰ ਜਾਓ ਕਿ ਤੁਹਾਡਾ ਕੌਣ ਜਿੰਮੇਵਾਰ, ਤੁਸੀਂ ਸ਼ਰਾਬੀ ਕਬੀ ਬੰਦੇ ਜੋ, ਮੈਂ ਗੱਲ ਕਹੀਆਂ ਉਹਨਾਂ ਨੂੰ। ਫਿਰ ਮੈਨੂੰ ਕਹਿੰਦਾ ਸਰਪੰਚ ਸਾਹਿਬ ਨੂੰ ਫੋਨ ਲਾ। ਫਿਰ ਮੇਜਰ ਸਿੰਘ ਦੇ ਕਹਿਣ 'ਤੇ ਮੈਂ ਸਰਪੰਚ ਸਾਹਿਬ ਨੂੰ ਫੋਨ ਲਾਇਆ, ਅਤੇ ਸਰਪੰਚ ਸਾਹਿਬ ਨੂੰ ਕਹਿੰਦਾ ਵੀ ਮੈਂ ਪੈਲੀ ਦੇਣੀ ਹੈ ਅਤੇ ਮੈਂ ਦਿਲਬਾਗ ਸਿੰਘ ਨੂੰ ਠੇਕੇ 'ਤੇ ਦੇਣੀ, ਅਤੇ ਮੈਨੂੰ ਪੈਸੇ ਦਿਵਾਏ ਜਾਣ। ਅਤੇ ਸਰਪੰਚ ਸਾਹਿਬ ਮੇਰੇ ਕੋਲ 2 ਮਿੰਟ ਆ। ਇਸ ਤੋਂ ਪਹਿਲਾਂ ਦੀ ਗੱਲ ਆ। ਔਰ ਜਿਹੜੀ ਇਹ ਗੱਲ ਕਰਦੇ, ਗੋਲੀਆਂ ਚਲਾਉਣ ਵਾਲੀ ਗੱਲ ਕਰਦੇ, ਐਸੀ ਬਿਲਕੁਲ ਨਹੀਂ ਗੱਲ। ਇਹ ਜਿਹੜੀ ਝੂਠੀ ਅਤੇ ਮਨ ਘੜਤ ਗੱਲ ਆ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ। ਦੂਸਰੀ ਗੱਲ ਇਹ ਵੀ ਸਗੋਂ ਸਾਡੇ ਜਿਹੜੇ ਮੇਰੇ ਨਿੱਕੇ ਨਿੱਕੇ ਬੱਚੇ ਆ, ਮੈਨੂੰ ਇਹਨਾਂ ਤੋਂ ਖਤਰਾ ਕਿ ਇਹ ਕਿਸੇ ਦੇ ਮਗਰ ਲਾ ਕੇ ਜਾਂ ਆਪ ਖੁਦ ਕਿਸੇ ਕਾਰਨ ਮੇਰੇ ਬੱਚਿਆਂ ਦਾ ਨੁਕਸਾਨ ਨਾ ਕਰੋ। ਜਿੱਥੇ ਮੈਂ ਰਹਿ ਰਿਹਾ ਵਾ ਉੱਥੇ ਬਾਰ-ਬਾਰ ਮੇਰਾ ਸਿਰਫ ਇੱਕ ਕਮਰਾ, ਇੱਕ ਛੋਟਾ ਜਿਹਾ ਮੇਰੇ ਵਾਸਤੇ ਲੰਗਰ ਵਾਸਤੇ ਸਾਡੀ ਰਸੋਈ ਆ, ਔਰ ਮੈਂ ਬਾਹਰ ਖੇਤ ਵਿੱਚ ਬੈਠਾ, ਕੋਈ ਕਿਸੇ ਵੀ ਤਰ੍ਹਾਂ ਦੀ ਮੇਰੀ ਕੋਈ ਚਾਰ ਦੀਵਾਰੀ ਨਹੀਂ ਵਲੀ ਹੋਈ, ਔਰ ਮੈਂ ਖੁੱਲ੍ਹੇ ਦੇ ਵਿੱਚ ਰਹਿ ਰਿਹਾ। ਸੋ ਮੇਰੀ ਜਾਨ ਵਾਸਤੇ ਬਹੁਤ ਖਤਰਾ, ਮੇਰੇ ਬੱਚਿਆਂ ਵਾਸਤੇ ਬਹੁਤ ਖਤਰਾ ਵਾ। ਤੁਸੀਂ ਤੇ ਕਹਿ ਰਹੇ ਹੋ ਕਿ ਖਤਰਾ, ਪਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਡੇ ਤੇ ਕੋਈ ਹਮਲਾ ਹੁੰਦਾ ਤੇ ਉਹਦੇ ਜ਼ਿੰਮੇਵਾਰ ਇਹ ਤੁਸੀਂ ਹੋਗੇ, ਦਿਲਬਾਗ ਸਿੰਘ ਹੋਣਗੇ। ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਨਹੀਂ ਜੀ, ਬਿਲਕੁਲ ਇਹ ਮਨ ਘੜਤ ਝੂਠੀ ਇਹਨਾਂ ਦੀ ਗੱਲ ਹੈ, ਐਸੀ ਕੋਈ ਗੱਲ ਨਹੀਂ ਹੈਗੀ ਜੀ। ਇਹਨਾਂ ਦੇ ਹਮਲਾ ਕਾਹਦਾ ਨਾ, ਸ਼ਰਾਬੀ ਕੱਪੇ ਬੰਦੇ ਆ, ਜਿਹਨੂੰ ਜੀ ਕਰਦਾ ਉਹਨੂੰ ਗਾਲਾਂ ਕੱਢਦੇ। ਪਿੰਡ ਦੇ ਵਿੱਚ ਜਾ ਕੇ ਤੁਸੀਂ, ਪਿੰਡ ਦੇ ਪਤਵੰਤੇ ਹੈਗੇ ਆ, ਪਿੰਡ ਦੀ ਪੰਚਾਇਤ ਹੈਗੀ ਆ, ਪਿੰਡ ਦੇ ਨੰਬਰਦਾਰ ਆ ਜਾਂ ਮੋਹਤਬਾਰ ਵਾ, ਉਹਨਾਂ ਤੋਂ ਜਾ ਕੇ ਤੁਸੀਂ ਇਸ ਗੱਲ ਦੀ ਪ੍ਰਸ਼ਾਸਨ ਜਾਂ ਆਪ ਜੀ ਜਾ ਕੇ ਉਹਨਾਂ ਤੋਂ ਇਸ ਗੱਲ ਦੀ ਪੜਤਾਲ ਕਰੋ, ਮੇਰੇ ਬਾਰੇ ਪਤਾ ਕਰ ਲਓ। ਹਾਂਜੀ ਬਿਲਕੁਲ, ਅਸੀਂ ਕਿਸੇ ਨੂੰ ਇਹ ਗੱਲ ਨਹੀਂ ਕਰਦੇ। ਅਸੀਂ ਗੁਰੂ ਘਰ ਦੇ ਸੇਵਾਦਾਰ ਹਾਂ, ਸੰਗਤ ਨੂੰ ਗੁਰੂ ਘਰ ਦੇ ਲੋੜਦੇ ਆਪਦੇ ਦਸਾਂ ਦਾ ਉਹਦੀ ਕਿਰਤ ਕਰਦੇ ਹਾਂ, ਅਤੇ ਕਿਰਤ ਕਰਕੇ ਆਪਦਾ ਪਰਿਵਾਰ ਪਾਲਦੇ ਆ, ਆਪਦੇ ਬੱਚੇ ਪਾਲਦੇ ਆ। ਬਿਲਕੁਲ ਐਸੀ ਕੋਈ ਗੱਲ ਨਹੀਂ ਜੀ ਹੈਗੀ। ਵਿਧਾਨ ਸਭਾ ਹਲਕਾ ਜੀਰਾ ਦੇ ਹਰ ਮੁੱਦੇ ਦੀ ਹਰ ਖਬਰ ਦੇਖਣ ਲਈ ਜੁੜੇ ਰਹੋ ਤਪਦਾ ਸੱਚ ਨਿਊਜ਼ ਨਾਲ।